ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ। ਅੱਜ ਅਸੀਂ ਟੌਪਿਕ ਕਰ ਰਹੇ ਹਾਂ ਟਾਈਪਸ ਆਫ ਫੋਰਸਿਸ ਇਨ ਨੇਚਰ, ਜਿਸ ਦੇ ਵਿੱਚ ਅਸੀਂ ਨੇਚਰ ਦੇ ਵਿੱਚ ਜੋ ਫੋਰਸਿਸ ਐਗਜ਼ਿਸਟ ਕਰਦੀਆਂ ਉਹਨਾਂ ਦੀ ਗੱਲ ਕਰਾਂਗੇ। ਉਸ ਤੋਂ ਬਾਅਦ ਵਿੱਚ ਕਾਮਨ ਫੋਰਸਿਸ ਇਨ ਮਕੈਨਿਕਸ ਦੀ ਗੱਲ ਕਰਾਂਗੇ। ਆਫਟਰ ਦੈਟ ਵੀ ਵਿਲ ਡਿਸਕਸ ਅਬਾਊਟ ਸੂਡੋ ਫੋਰਸ, ਜੋ ਕਿ ਫਰੇਮ ਆਫ ਰੈਫਰੈਂਸ ਨਾਲ ਰਿਲੇਟਡ ਹੈ, ਅਤੇ ਉਸ ਤੋਂ ਬਾਅਦ ਵਿੱਚ ਕੁਝ ਨਿਊਮੈਰੀਕਲਸ ਕਰਾਂਗੇ। ਤਾਂ ਵਨ ਬਾਈ ਵਨ ਆਪਾਂ ਇਹਨਾਂ ਟੌਪਿਕਸ ਨੂੰ ਡਿਸਕਸ ਕਰਦੇ ਹਾਂ। ਲੈਟ ਅਸ ਸਟਾਰਟ ਵਿਦ टाइप्स ऑफ फोर्सिस इन नेचर। नेचर ਦੇ ਵਿੱਚ जो फोर्सिस है वो 4 टाइप्स ਦੇ ਵਿੱਚ डिवाइड ਕੀਤੀਆਂ ਜਾਂਦੀਆਂ। तो these are the 4 forces in nature: gravitational forces, electromagnetic forces, weak nuclear forces and strong nuclear forces। ਗ੍ਰੈਵਿਟੇਸ਼ਨਲ ਫੋਰਸਿਸ ਜਿਹੜੀਆਂ ਉਹ ਕਿਸੇ ਵੀ ਦੋ ਆਬਜੈਕਟਸ ਦੇ ਵਿੱਚ ਐਕਟ ਕਰਦੀਆਂ। ਜਿਵੇਂ ਕਿ ਅਰਥ ਕਿਸੇ ਬੋਡੀ ਨੂੰ ਅਟਰੈਕਟ ਕਰਦੀ ਹੈ ਤਾਂ ਉਹ ਬੋਡੀ ਵੀ ਅਰਥ ਨੂੰ ਅਟਰੈਕਟ ਕਰਦੀ ਹੈ। ਇਸ ਤਰੀਕੇ ਨਾਲ ਕੋਈ ਵੀ ਦੋ ਬੋਡੀਜ਼ ਯੂਨੀਵਰਸ ਦੀਆਂ ਇੱਕ ਦੂਜੇ ਨੂੰ ਅਟਰੈਕਟ ਕਰਦੀਆਂ ਵਿਦ ਗ੍ਰੈਵਿਟੇਸ਼ਨਲ ਫੋਰਸ। ਤਾਂ ਇਹ ਫੋਰਸ ਕਿੱਥੇ ਐਕਟ ਕਰਦੀ ਹੈ ਜੀ? ਐਕਟ ਬਿਟਵੀਨ ਐਨੀ ਟੂ ਬੋਡੀਜ਼ ਆਫ ਯੂਨੀਵਰਸ। ਦਿਸ ਫੋਰਸ ਇਜ਼ ਆਲਵੇਜ਼ ਅਟਰੈਕਟਿਵ ਇਨ ਨੇਚਰ। ਡਿਟੇਲ ਦੇ ਵਿੱਚ ਇਸ ਨੂੰ ਯੂਨਿਟ 6 ਦੇ ਵਿੱਚ ਡਿਸਕਸ ਕਰਾਂਗੇ। ਤਾਂ ਇਲੈਕਟ੍ਰੋਮੈਗਨੈਟਿਕ ਫੋਰਸਿਸ ਬਾਰੇ ਵੀ ਤੁਸੀਂ ਥੋੜ੍ਹਾ ਬਹੁਤ ਸੁਣਿਆ ਹੋਣਾ ਹੈ ਕਿ these are the forces between charged particles। ਤਾਂ forces between ਚਾਰਜਿਸ ਅਸੀਂ ਕਹਿੰਦੇ ਹਾਂ ਜੀ ਪੋਜ਼ੀਟਿਵ ਨੈਗੇਟਿਵ ਚਾਰਜ ਅਟਰੈਕਟ ਕਰਦੇ ਆ, ਪੋਜ਼ੀਟਿਵ ਰਿਪੈਲ ਕਰਦੇ ਆ। ਤਾਂ ਜਿੱਥੇ ਵੀ ਚਾਰਜਡ ਪਾਰਟੀਕਲ ਦੇ ਵਿੱਚ ਫੋਰਸਿਸ ਹੈ ਤਾਂ ਉਹ ਇਲੈਕਟ੍ਰੋਸਟੈਟਿਕ ਫੋਰਸਿਸ ਹੈ, ਠੀਕ ਹੈ। ਅਤੇ ਜੋ ਮੈਗਨੇਟਸ ਦੇ ਵਿੱਚ ਫੋਰਸਿਸ ਹੈ ਉਹ ਇਲੈਕਟ੍ਰੋਮੈਗਨੈਟਿਕ ਫੋਰਸਿਸ ਹੈ। ਦੋਨੋਂ ਰਿਲੇਟਡ ਹੈ ਆਪਸ ਦੇ ਵਿੱਚ। ਇਹ ਅਸੀਂ +2 ਦੇ ਵਿੱਚ ਜਾ ਕੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਜੋ ਵੀਕ ਨਿਊਕਲੀਅਰ ਫੋਰਸਿਸ ਹੈ ਇਹ ਐਕਟ ਕਰਦੀਆਂ ਜਦੋਂ ਨਿਊਕਲੀਅਸ ਦੇ ਵਿੱਚੋਂ ਬੀਟਾ ਪਾਰਟੀਕਲ ਐਮਿਟ ਹੁੰਦਾ, ਠੀਕ ਹੈ। ਤਾਂ ਕੁਛ ਜ਼ਿਆਦਾ ਡਿਟੇਲ ਇਹਨਾਂ ਦੀ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ, ਠੀਕ ਹੈ। ਡਿਊਰਿੰਗ ਬੀਟਾ ਇੰਟਰੈਕਸ਼ਨ ਪਾਰਟੀਕਲ ਐਮਿਟ ਹੁੰਦਾ। ਅਤੇ ਸਟਰੋਂਗ ਨਿਊਕਲੀਅਰ ਫੋਰਸਿਸ ਜਿਹੜੀਆਂ ਹੈ ਦੀਜ਼ ਫੋਰਸਿਸ ਆਰ ਐਕਟ ਬਿਟਵੀਨ ਨਿਊਕਲੀਓਨਸ। ਨਿਊਕਲੀਓਨਸ ਕੀ ਹੁੰਦੇ ਆ? ਹੁਣ ਨਿਊਕਲੀਓਨਸ ਹੁੰਦੇ ਆ ਜੀ ਨਿਊਟਰੋਨ ਅਤੇ ਪ੍ਰੋਟੋਨ। ਮਤਲਬ ਨਿਊਕਲੀਅਸ ਦੇ ਵਿਦਿਨ ਇਹ ਫੋਰਸਿਸ ਜਿਹੜੀਆਂ ਹੈ ਓਪਰੇਟ ਕਰਦੀਆਂ, ਠੀਕ ਹੈ। ਠੀਕ ਹੈ ਜੀ। ਹੁਣ ਅਸੀਂ ਇਹਨਾਂ ਫੋਰਸਿਸ ਨੂੰ ਕਿਉਂ ਡਿਸਕਸ ਕਰ ਰਹੇ ਹਾਂ? ਦੇਖੋ ਐਕਚੁਅਲ ਦੇ ਵਿੱਚ ਅਸੀਂ ਕਾਮਨ ਫੋਰਸਿਸ ਇਨ ਮਕੈਨਿਕਸ ਹੀ ਡਿਸਕਸ ਕਰ ਰਹੇ ਹਾਂ, ਕਿਉਂਕਿ ਅਸੀਂ ਮਕੈਨਿਕਸ ਨੂੰ ਡਿਸਕਸ ਕਰ ਰਹੇ ਹਾਂ। ਬਟ ਉਹਦੇ ਵਿੱਚ ਵੀ ਫਿਰ ਗੱਲ ਆਉਂਦੀ ਹੈ ਜੀ ਗ੍ਰੈਵਿਟੇਸ਼ਨਲ ਫੋਰਸਿਸ, ਇਲੈਕਟ੍ਰੋਮੈਗਨੈਟਿਕ ਫੋਰਸਿਸ ਦੀ। ਤਾਂ ਇਹ ਟੌਪਿਕ ਐਕਚੁਅਲ ਦੇ ਵਿੱਚ ਯੂਨਿਟ 1 ਦੇ ਵਿੱਚ ਗਿਵਨ ਹੈ, ਠੀਕ ਹੈ। ਤਾਂ ਉੱਥੇ ਇਸ ਟੌਪਿਕ ਨੂੰ ਮੈਂ ਸਕਿਪ ਕਰਤਾ ਸੀ ਕਿਉਂਕਿ ਉਸ ਲੈਵਲ 'ਤੇ ਤੁਹਾਨੂੰ ਇਹ ਗੱਲਾਂ ਸਮਝਾਉਣੀਆਂ ਥੋੜ੍ਹੀਆਂ ਜਿਹੀਆਂ ਡਿਫੀਕਲਟ ਸੀ, ਠੀਕ ਹੈ। ਤਾਂ ਯੂਨਿਟ 1 ਦੇ ਵਿੱਚ ਜਿਹੜੇ ਟੌਪਿਕ ਸੀਗੇ ਉਹ ਮੈਂ ਜਿਵੇਂ ਸਿਲੇਬਸ ਦੇ ਵਿੱਚ ਆਉਣਗੇ ਤੁਹਾਨੂੰ ਮੈਂ ਉਸ ਤਰੀਕੇ ਨਾਲ ਐਕਸਪਲੇਨ ਕਰੂੰਗਾ, ਠੀਕ ਹੈ। ਇੱਥੇ ਸਾਡਾ ਟੌਪਿਕ ਜੋ ਬੇਸਿਕ ਹੈ ਉਹ ਇਹੀ ਹੈ ਕਿ ਕਾਮਨ ਫੋਰਸਿਸ ਇਨ ਮਕੈਨਿਕਸ ਜੋ ਅਸੀਂ ਡਿਸਕਸ ਕਰਨਾ ਹੈ। ਇਸ ਫੋਰਸ ਨੂੰ ਯੂਨਿਟ 6 ਦੇ ਵਿੱਚ ਐਕਸਪਲੇਨ ਕਰਾਂਗੇ। ਇਸ ਨੂੰ +2 ਦੇ ਵਿੱਚ ਡਿਸਕਸ ਕਰਾਂਗੇ। ਸਟਰੋਂਗ ਨਿਊਕਲੀਅਰ ਫੋਰਸ ਨੂੰ, ਵੀਕ ਨਿਊਕਲੀਅਰ ਫੋਰਸਿਸ ਨੂੰ, ਇਹਨਾਂ ਤਿੰਨਾਂ ਨੂੰ ਅਸੀਂ +2 ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ ਜੀ। ਹੁਣ ਗੱਲ ਆਉਂਦੀ ਹੈ ਜੀ ਇਹਨਾਂ ਦੇ ਰਿਲੇਟਿਵ ਮੈਗਨੀਟਿਊਡਸ ਦੀ ਕਿ ਕਿਹੜੀ ਫੋਰਸ ਸਭ ਤੋਂ ਸਟਰੋਂਗ ਹੈ। ਤਾਂ ਇਹਨਾਂ ਦੇ ਵਿੱਚੋਂ ਦੀ ਜਿਹੜੀ ਸਭ ਤੋਂ ਵੀਕੈਸਟ ਫੋਰਸ ਹੈ ਉਹ ਗ੍ਰੈਵਿਟੇਸ਼ਨਲ ਫੋਰਸ ਹੈ, ਠੀਕ ਹੈ। ਅਤੇ ਸਭ ਤੋਂ ਸਟਰੋਂਗ ਜਿਹੜੀ ਹੈ ਉਹ ਸਟਰੋਂਗ ਨਿਊਕਲੀਅਰ ਫੋਰਸ ਹੈ। ਇਹ ਦੋਨੋਂ ਇਨ ਬਿਟਵੀਨ ਲਾਈ ਕਰਦੀਆਂ, ਠੀਕ ਹੈ। ਜੇ ਅਸੀਂ ਰੇਸ਼ੋ ਫਾਈਂਡ ਕਰੀਏ ਕਿ ਗ੍ਰੈਵਿਟੇਸ਼ਨਲ ਫੋਰਸ ਦੀ ਰੇਸ਼ੋ, ਜੇ ਅਸੀਂ ਗ੍ਰੈਵਿਟੇਸ਼ਨਲ ਫੋਰਸ ਦਾ ਮੈਗਨੀਟਿਊਡ 1 ਮੰਨ ਕੇ ਚੱਲੀਏ, ਠੀਕ ਹੈ, ਤਾਂ ਜੋ ਇਲੈਕਟ੍ਰੋਮੈਗਨੈਟਿਕ ਫੋਰਸ ਹੈ ਇਹ ਇਸ ਤੋਂ 10⁻36 ਟਾਈਮਸ ਸਟਰੋਂਗ ਹੈ। ਜੋ ਵੀਕ ਨਿਊਕਲੀਅਰ ਫੋਰਸ ਹੈ ਇਹ ਗ੍ਰੈਵਿਟੇਸ਼ਨਲ ਫੋਰਸ ਤੋਂ 10⁻25 ਟਾਈਮਸ ਸਟਰੋਂਗ ਹੈ, ਮਤਲਬ ਇਸ ਤੋਂ ਵੀਕ ਹੈ, ਠੀਕ ਹੈ। ਅਤੇ ਜੋ ਸਟਰੋਂਗ ਨਿਊਕਲੀਅਰ ਫੋਰਸ ਹੈ ਲਾਸਟ ਦੇ ਵਿੱਚ ਇਟ ਇਜ਼ ਦਾ ਸਟਰੋਂਗੈਸਟ। ਇਸ ਦਾ ਮੈਗਨੀਟਿਊਡ ਜੋ ਇਸ ਦੇ ਕੰਪੈਰੇਟਿਵਲੀ ਹੈ ਉਹ 10⁻38 ਟਾਈਮਸ ਸਟਰੋਂਗ ਹੈ, ਠੀਕ ਹੈ। ਤੁਹਾਡੀ ਬੁੱਕ ਦੇ ਵਿੱਚ 39 ਗਿਵਨ ਹੈ, ਫਿਰ ਵੀ ਇਸ ਨੂੰ ਦੁਬਾਰਾ ਚੈੱਕ ਕਰਿਆ ਜੇ, ਠੀਕ ਹੈ ਜੀ। ਗ੍ਰੈਵਿਟੇਸ਼ਨਲ ਫੋਰਸ ਸਿਰਫ ਅਟਰੈਕਟਿਵ ਹੁੰਦੀਆਂ ਕਿ ਬੋਡੀ ਸਿਰਫ ਅਟਰੈਕਟ ਕਰਦੀਆਂ। ਇਲੈਕਟ੍ਰੋਮੈਗਨੈਟਿਕ ਫੋਰਸਿਸ ਅਟਰੈਕਟਿਵ ਵੀ ਹੋ ਸਕਦੀਆਂ ਅਤੇ ਰਿਪਲਸਿਵ ਵੀ ਹੋ ਸਕਦੀਆਂ, ਠੀਕ ਹੈ। ਇਸੇ ਤਰੀਕੇ ਨਾਲ ਇਹਨਾਂ ਬਾਰੇ ਅਸੀਂ ਜਦੋਂ ਜਿਸ ਟੌਪਿਕ ਦੇ ਵਿੱਚ ਆਉਣਗੇ ਜਿਹਨਾਂ ਦੀਆਂ ਪ੍ਰੋਪਰਟੀਜ਼ ਨੂੰ ਡਿਸਕਸ ਕਰਾਂਗੇ। ਤਾਂ ਅਸੀਂ ਆਪਦੇ ਮੇਨ ਟੌਪਿਕ 'ਤੇ ਆਉਂਦੇ ਹਾਂ ਜੀ, ਕਾਮਨ ਫੋਰਸਿਸ ਇਨ ਮਕੈਨਿਕਸ। ਤਾਂ ਮਕੈਨਿਕਸ ਦੇ ਵਿੱਚ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਫੋਰਸਿਸ ਨੂੰ 2 ਟਾਈਪਸ ਦੇ ਵਿੱਚ ਡਿਵਾਈਡ ਕਰਦੇ ਹਾਂ। ਨੋਨ ਕੰਟੈਕਟ ਫੋਰਸਿਸ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਐਕਸ਼ਨ ਐਟ ਅ ਡਿਸਟੈਂਸ, ਜਾਂ ਇਹਨਾਂ ਨੂੰ ਕੀ ਕਹਿ ਸਕਦੇ ਹਾਂ ਜੀ ਐਕਸ਼ਨ ਐਟ ਅ ਡਿਸਟੈਂਸ। ਅਤੇ ਇਸ ਦੀ ਐਗਜ਼ਾਮਪਲ ਅਸੀਂ ਪਹਿਲਾਂ ਦਿੱਤੀ ਸੀ ਕਿ ਗ੍ਰੈਵਿਟੇਸ਼ਨਲ ਫੋਰਸ।
ठीक है। बाकी जो ਮਕੈਨਿਕਸ ਦੇ ਵਿੱਚ ਫੋਰਸਿਸ ਆਉਂਦੀਆਂ ਕਿ ਇੱਕ ਬੋਡੀ ਦੂਸਰੇ ਦੇ ਨਾਲ ਟਕਰਾ ਰਹੀ ਹੈ, ਦੋਨੋਂ ਬੋਡੀਜ਼ ਇੱਕ ਦੂਜੇ ਦੇ ਉੱਪਰ ਫੋਰਸ ਐਗਜ਼ਰਟ ਕਰ ਰਹੀਆਂ ਹੈ, ਤਾਂ ਇਹ ਫੋਰਸਿਸ ਜਿਹੜੀਆਂ ਮਿਊਚੁਅਲ ਇੰਟਰੈਕਸ਼ਨ ਕਰਕੇ ਹੈ। ਕੰਟੈਕਟ ਫੋਰਸਿਸ ਕਹਿ ਦਿੰਦੇ ਇਹਨਾਂ ਨੂੰ, ਜਾਂ ਅਸੀਂ ਮਿਊਚੁਅਲ ਕੰਟੈਕਟ ਫੋਰਸਿਸ ਕਹਿ ਦਿੰਦੇ ਹਾਂ। ਹੁਣ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਫੋਰਸਿਸ ਆਉਣਗੀਆਂ ਜੀ? ਜਿਸ ਤਰ੍ਹਾਂ ਕਿ ਇੱਕ ਬੋਡੀ ਨੂੰ ਪੁਸ਼ ਕੀਤਾ ਜਾ ਰਿਹਾ ਹੈ, ਤਾਂ ਨੈਚੁਰਲੀ ਹੈ ਕੰਟੈਕਟ ਦੇ ਨਾਲ ਹੀ ਇਸ ਨੂੰ ਪੁਸ਼ ਕੀਤਾ ਜਾ ਰਿਹਾ ਕਿ ਬੋਡੀ ਜਿਹੜਾ ਕੋਈ ਪਰਸਨ ਇਸ ਨੂੰ ਪੁਸ਼ ਕਰ ਰਿਹਾ, ਠੀਕ ਹੈ, ਆਪਣੇ ਹੈਂਡਸ ਦੇ ਨਾਲ, ਤੇ ਨੈਚੁਰਲੀ ਹੈ ਕੰਟੈਕਟ ਤਾਂ ਹੈ। ਤੇ ਜਿਹੜੀ ਇਹਦੀ ਸਰਫੇਸ ਹੈ ਉਹਦੇ ਨਾਲ ਫ੍ਰਿਕਸ਼ਨ ਐਕਟ ਕਰ ਰਹੀ ਹੈ, ਤਾਂ ਫ੍ਰਿਕਸ਼ਨ ਵੀ ਕੰਟੈਕਟ ਫੋਰਸ ਹੈ ਕਿਉਂਕਿ ਉਸ ਦਾ ਅਰਥ ਦੇ ਨਾਲ ਕੰਟੈਕਟ ਹੈ, ਠੀਕ ਹੈ, ਤੇ ਕੰਟੈਕਟ ਕਰਕੇ ਐਕਟ ਕਰਦੀ ਹੈ। ਤਾਂ ਇੱਥੇ ਜੋ ਅਪਲਾਈਡ ਫੋਰਸ ਹੈ, ਠੀਕ ਹੈ, ਬਾਈ ਦਾ ਪਰਸਨ ਐਂਡ ਫ੍ਰਿਕਸ਼ਨਲ ਫੋਰਸ ਹੈ, ਉਹ ਦੋਨੋਂ ਕੰਟੈਕਟ ਫੋਰਸਿਸ ਹੈ, ਠੀਕ ਹੈ। ਫ੍ਰਿਕਸ਼ਨਲ ਫੋਰਸ ਨੂੰ ਅਸੀਂ ਨੈਕਸਟ ਚੈਪਟਰ ਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ ਜੀ। ਤਾਂ ਦੇਖੋ ਇੱਕ ਰੱਸੀ ਹੈ ਜੀ, ਸਟਰਿੰਗ ਹੈ, ਤੇ ਸਟਰਿੰਗ ਨੂੰ ਦੋਨੋਂ ਸਾਈਡ ਤੋਂ ਪਕੜ ਕੇ ਖਿੱਚਿਆ ਜਾਂਦਾ ਹੈ। ਤਾਂ ਸਟਰਿੰਗ ਦੇ ਵਿੱਚ ਕੀ ਹੁੰਦਾ ਜੀ? ਸਟਰਿੰਗ ਨੂੰ ਜਦੋਂ ਖਿੱਚਿਆ ਜਾਂਦਾ ਤਾਂ ਉਹਦੇ ਵਿੱਚ ਟੈਂਸ਼ਨ ਐਕਟ ਕਰਦੀ ਹੈ ਜੀ, ਇਸ ਨੂੰ ਟੈਂਸ਼ਨ ਕਿਹਾ ਜਾਂਦਾ ਜੀ। ਤਾਂ ਟੈਂਸ਼ਨ ਵੀ ਕਾਹਦੇ ਕਰਕੇ ਹੈ? ਕਿਉਂਕਿ ਉਹਦੇ ਵਿੱਚ ਜੋ ਐਟਮਸ ਹੈ ਤੁਸੀਂ ਉਹਨਾਂ ਨੂੰ ਸਟ੍ਰੈਚ ਕਰ ਰਹੇ ਹੋ, ਭਾਵੇਂ ਉਸ ਦੀ ਨੇਚਰ ਇਲੈਕਟ੍ਰੋਮੈਗਨੈਟਿਕ ਹੈ, ਬਟ ਇੱਥੇ ਉਹਨਾਂ ਐਟਮਸ ਦੇ ਵਿੱਚ ਕੰਟੈਕਟ ਹੈ, ਠੀਕ ਹੈ। ਫ੍ਰਿਕਸ਼ਨ ਦਾ ਜੋ ਅੱਗੇ ਜਾ ਕੇ ਅਸੀਂ ਡਿਸਕਸ ਕਰਾਂਗੇ ਕਿ ਇਸ ਦੀ ਨੇਚਰ ਵੀ ਇਲੈਕਟ੍ਰੋਮੈਗਨੈਟਿਕ ਹੈ, ਟੈਂਸ਼ਨ ਦੀ ਨੇਚਰ ਵੀ ਇਲੈਕਟ੍ਰੋਮੈਗਨੈਟਿਕ ਹੈ, ਠੀਕ ਹੈ। ਜਾਂ ਅਸੀਂ ਇੱਕ ਸਪਰਿੰਗ ਨੂੰ, ਸਾਡੇ ਕੋਲ ਇੱਕ ਸਪਰਿੰਗ ਹੈ, ਉਸ ਨੂੰ ਅਸੀਂ ਕੰਪਰੈਸ ਕਰ ਰਹੇ ਹਾਂ ਔਰ ਸਟ੍ਰੈਚ ਕਰ ਰਹੇ ਹਾਂ, ਤਾਂ ਉਸ ਦੇ ਵਿੱਚ ਰੀਸਟੋਰਿੰਗ ਫੋਰਸ ਹੈ। ਕਿਹੜਾ ਫੋਰਸ ਹੈ ਜੀ? ਰੀਸਟੋਰਿੰਗ ਫੋਰਸ। ਕਿ ਅਸੀਂ ਉਸ ਨੂੰ ਰਿਲੀਜ਼ ਕਰਦੇ ਹਾਂ ਤਾਂ ਉਹ ਵਾਪਸ ਆਪਣੀ ਸ਼ੇਪ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ, ਤਾਂ ਉਸ ਨੂੰ ਰੀਸਟੋਰਿੰਗ ਫੋਰਸ ਕਹਿੰਦੇ ਆ। ਤੇ ਇਹ ਵੀ ਇੱਕ ਤਰ੍ਹਾਂ ਦਾ ਕੰਟੈਕਟ ਫੋਰਸ ਹੈ, ਠੀਕ ਹੈ। ਜਾਂ ਅਸੀਂ ਇੱਕ ਬੋਡੀ ਨੂੰ ਵਾਟਰ ਦੇ ਵਿੱਚ ਇਮਰਸ ਕਰ ਰਹੇ ਹਾਂ, ਦੇਖੋ, ਤਾਂ ਉਹ ਬੋਡੀ ਦੇ ਉੱਪਰ ਵਾਟਰ ਫੋਰਸ ਲਗਾਉਂਦਾ ਉੱਪਰ ਵਾਲੇ ਪਾਸੇ ਨੂੰ, ਜਿਸ ਨੂੰ ਅਸੀਂ ਅਪ ਥਰਸਟ ਕਹਿ ਦਿੰਦੇ ਹਾਂ। ਤਾਂ ਅਪ ਥਰਸਟ ਹੈ, ਜਾਂ ਇਸ ਨੂੰ ਕਹਿੰਦੇ ਆ ਜੀ ਬੂਇੰਟ ਫੋਰਸ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਵਿਸਕਸ ਡਰੈਗ ਹੈ। ਵਿਸਕਸ ਡਰੈਗ ਕੀ ਹੁੰਦਾ? ਜਿਸ ਤਰ੍ਹਾਂ ਦੇਖੋ ਅਸੀਂ ਸਾਈਕਲ ਚਲਾ ਰਹੇ ਹਾਂ, ਅੱਗੋਂ ਹਵਾ ਪੈ ਰਹੀ ਹੈ, ਠੀਕ ਹੈ, ਉਹ ਮੋਸ਼ਨ ਨੂੰ ਅਪੋਜ਼ ਕਰਦੀ ਹੈ ਨਾ, ਤਾਂ ਉਹਦਾ ਜੋ ਫੋਰਸ ਹੈ ਤਾਂ ਉਹ ਵੀ ਸਾਡੇ ਨਾਲ ਕੰਟੈਕਟ ਦੇ ਵਿੱਚ ਆ ਰਹੀ ਹੈ, ਤਾਂ ਉਹ ਜੋ ਫੋਰਸ ਹੈ ਉਹ ਵਿਸਕਸ ਡਰੈਗ ਹੈ। ਤੇ ਇਸੇ ਤਰ੍ਹਾਂ ਜਿਹੜੀਆਂ ਇੱਥੇ ਆਪਣੇ ਕੋਲ ਸਾਡੇ ਕੋਲ ਕਾਮਨ ਫੋਰਸਿਸ ਆਉਣਗੀਆਂ ਜੀ ਡਿਸਕਸ ਕਰਨੀਆਂ ਅਸੀਂ, ਉਹ ਹੈ ਫ੍ਰਿਕਸ਼ਨ। ਨੈਕਸਟ ਚੈਪਟਰ ਦੇ ਡਿਸਕਸ ਕਰਾਂਗੇ। ਇੱਥੇ ਡਿਸਕਸ ਕਰਨੀ ਹੈ ਜੀ ਟੈਂਸ਼ਨ। ਟੈਂਸ਼ਨ ਨੂੰ ਅਸੀਂ ਡਿਸਕਸ ਕਰਾਂਗੇ। ਸਟਰਿੰਗਸ ਦੀ ਗੱਲ ਆਏਗੀ, ਜਦੋਂ ਰੱਸੀ ਨੂੰ ਖਿੱਚਾਂਗੇ ਤਾਂ ਉਹਦੇ ਵਿੱਚ ਐਟਮਸ ਵੀ ਸਟ੍ਰੈਚ ਹੁੰਦੇ ਆ, ਤਾਂ ਟੈਂਸ਼ਨ ਉਹਦੇ ਵਿੱਚ ਹੁੰਦੀ ਹੈ ਜੀ, ਖਿੱਚੀ ਜਾਂਦੀ ਹੈ। ਸਪਰਿੰਗ ਦੀ ਗੱਲ ਕਰਿਆ ਕਰਾਂਗੇ ਜੀ ਅਸੀਂ ਇੱਥੇ ਵਾਰ-ਵਾਰ। ਸਪਰਿੰਗ ਨੂੰ ਕੰਪਰੈਸ ਕਰ ਰਹੇ ਹਾਂ ਜਾਂ ਸਟ੍ਰੈਚ ਕਰ ਰਹੇ ਹਾਂ, ਤਾਂ ਇਹਦੇ ਵਿੱਚ ਵੀ ਜਿਹੜੀ ਫੋਰਸ ਹੋਏਗੀ ਉਹ ਰੀਸਟੋਰਿੰਗ ਫੋਰਸ ਹੋਏਗੀ, ਠੀਕ ਹੈ। ਇਸ ਨੂੰ ਅਸੀਂ ਅੱਗੇ ਜਾ ਕੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ ਜੀ। ਨੈਕਸਟ ਟੌਪਿਕ ਜੋ ਅਸੀਂ ਡਿਸਕਸ ਕਰਨਾ ਹੈ ਜੀ, ਉਹ ਹੈ ਸੂਡੋ ਫੋਰਸ। ਦੇਖੋ ਜੀ, ਸੂਡੋ ਫੋਰਸ ਕਹਿੰਦੇ ਜਾਂ ਅਸੀਂ ਇਸ ਨੂੰ ਫਿਕਟੀਸ਼ੀਅਸ ਫੋਰਸ ਕਹਿੰਦੇ ਹਾਂ। ਫਿਕਟੀਸ਼ੀਅਸ ਫੋਰਸ ਹੁੰਦਾ ਹੈ ਕਿ ਜੋ ਸਾਨੂੰ ਲੱਗਦਾ ਹੈ ਕਿ ਅਪੀਅਰ ਹੁੰਦਾ ਹੈ, ਠੀਕ ਹੈ। ਤਾਂ ਸੂਡੋ ਫੋਰਸ ਕਦੋਂ ਐਕਟ ਕਰਦੀ ਹੈ ਜੀ? ਐਕਸਲਰੇਟਡ ਫਰੇਮ ਦੇ ਵਿੱਚ ਐਕਟ ਕਰਦੀ ਹੈ। ਹੁਣ ਸਾਨੂੰ ਫਰੇਮ ਆਫ ਰੈਫਰੈਂਸ ਦੀ ਗੱਲ ਸਮਝਣੀ ਪਏਗੀ। ਦੇਖੋ ਕਿ ਇੱਕ ਬੱਸ ਹੈ ਜਾਂ ਕਾਰ ਹੈ, ਠੀਕ ਹੈ। ਜੇ ਤਾਂ ਇਹ ਯੂਨੀਫਾਰਮ ਸਪੀਡ ਦੇ ਨਾਲ ਜਾ ਰਹੀ ਹੈ ਕਿਸੇ ਡਾਇਰੈਕਸ਼ਨ ਦੇ ਵਿੱਚ, ਤਾਂ ਇਹਦੇ ਅੰਦਰ ਜੋ ਪੈਸੇਂਜਰਸ ਬੈਠੇ ਆ, ਜੋ ਕੋਈ ਵੀ ਇਹਦੇ ਵਿੱਚ ਬੈਠਾ ਜੀ, ਤਾਂ ਉਹਦੇ ਉੱਪਰ ਸਾਨੂੰ ਪਤਾ ਹੈ ਜੀ ਕਿ ਨੈਟ ਫੋਰਸ ਜਿਹੜੀ ਹੈ ਉਹ 0 ਹੈ, ਠੀਕ ਹੈ। ਬਟ ਜੇ ਇਹ ਬੱਸ ਜਾਂ ਕਾਰ ਐਕਸਲਰੇਟ ਕਰ ਰਹੀ ਹੈ ਅੱਗੇ ਵਾਲੇ ਪਾਸੇ, ਠੀਕ ਹੈ, ਤਾਂ ਇਹਦੇ ਵਿੱਚ ਜੋ ਬੋਡੀ ਪਈ ਹੈ ਜਾਂ ਕੋਈ ਵੀ ਪੈਸੇਂਜਰਸ ਬੈਠੇ ਹੈ, ਤਾਂ ਉਹਨਾਂ 'ਤੇ ਅਸੀਂ ਦੇਖਦੇ ਹਾਂ ਕਿ ਪਿੱਛੇ ਵਾਲੇ ਪਾਸੇ ਫੋਰਸ ਲੱਗਦੀ ਹੈ, ਠੀਕ ਹੈ ਨਾ। ਤਾਂ ਫੋਰਸ ਆਪੋਜ਼ਿਟ ਡਾਇਰੈਕਸ਼ਨ 'ਚ ਲੱਗਦੀ ਹੈ ਬੋਡੀ ਦੇ ਮੋਸ਼ਨ ਨਾਲੋਂ, ਤਾਂ ਉਸ ਫੋਰਸ ਨੂੰ ਅਸੀਂ ਸੂਡੋ ਫੋਰਸ ਕਹਿੰਦੇ ਹਾਂ। ਜੇ ਇਸ ਬੋਡੀ ਦਾ ਮਾਸ m ਹੈ ਤਾਂ ਉਹਦੇ ਉੱਪਰ ਇਸ ਡਾਇਰੈਕਸ਼ਨ ਦੇ ਵਿੱਚ ਇੱਕ ਫੋਰਸ ਲੱਗੇਗੀ, ਠੀਕ ਹੈ, ਵਿਚ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ ਆਫ ਦਾ ਬੋਡੀ। ਇਸੇ ਤਰ੍ਹਾਂ ਹੀ ਜੇ ਅਸੀਂ ਗੱਲ ਕਰਦੇ ਹਾਂ ਕਿ ਇਹ ਬੱਸ ਹੈ, ਠੀਕ ਹੈ, ਇਹ ਐਕਸਲਰੇਟ ਕਰ ਰਹੀ ਹੈ ਇਸ ਡਾਇਰੈਕਸ਼ਨ ਦੇ ਵਿੱਚ, ਇਹਦੀ ਛੱਤ 'ਤੇ ਕੋਈ ਪੈਂਡੂਲਮ ਲਟਕ ਰਿਹਾ, ਕੋਈ ਬॉल ਲਟਕ ਰਹੀ, ਬੌਬ ਲਟਕ ਰਹੀ ਹੈ ਜੀ ਸਪਰਿੰਗ ਦੇ ਨਾਲ। ਤਾਂ ਜਦੋਂ ਉਹ ਐਕਸਲਰੇਟ ਕਰੇਗੀ ਤਾਂ ਉਹ ਬਿਲਕੁਲ ਵਰਟੀਕਲ ਸਿਚੁਏਸ਼ਨ ਦੇ ਵਿੱਚ ਨਹੀਂ ਹੋਏਗੀ, ਕਿਉਂਕਿ ਉਹਦੇ ਉੱਪਰ ਇਸ ਡਾਇਰੈਕਸ਼ਨ ਦੇ ਵਿੱਚ ਫੋਰਸ ਲੱਗ ਰਿਹਾ,
ग्रैविटी का फोर्स तो लग ही रहा जी, ग्रैविटेशनल फोर्स तो सारिया जगह तो हैगा ही हैगा, तो नीचे वाले पासे है। बट सूडो फोर्स करके उनके उपर इस डायरैक्शन दे विच भी फोर्स लगता है, ठीक है। तो बॉडी जिहड़ी है इस डायरैक्शन दे विच इक्विलिब्रियम दे विच आ जाती है, तो इस तरीके दे नाल हैंग करती है। तो वर्टिकल दे नाल एंगल बना लेंदी है, मतलब जिस पासे वाल बॉडी मूव कर रही है, एक्सलरेट कर रही है एक्चुअली, तो उनके अंदर जो बॉडीज़ पईयां तो उन्होंने तो ओपोजिट डायरैक्शन दे विच फोर्स लगता है, वो भावें कोई पैसेंजर है या बॉल हैंग कर रही है। तो इस तरह दी फोर्सिस जो एक्ट करती हैं उन्होंने असीं सूडो फोर्स करने हैं। ये साडे कोल एक बहुत इंपॉर्टेंट कॉन्सैप्ट आता है कि लिफ्ट दे विच जो परसन हुंदा है कोई, ठीक है, तो उनके उपर भी फोर्स एक्ट करती है। तो असी गल करनी है जी इफैक्टिव वेट ऑफ परसन इन लिफ्ट, या असीं इसनूं एलीवेटर कह दिंदे हैं, लिफ्ट नूं एलीवेटर भी कहा जाता है। तो इफैक्टिव वेट असीं कैलकुलेट करना है लिफ्ट दे मोशन करके, ठीक है। इफैक्टिव वेट कह दिंदे या इसनूं एपरेंट वेट कह दिंदे हैं कि जो सानूं अपीयर हो रहा है उस सिचुएशन दे विच, ठीक है। सब तो पहले तो असीं अज्यूम करते हैं कि लिफ्ट इज़ एट रेस्ट और यूनीफॉर्म मोशन। तो लिफ्ट है देखो, तो लिफ्ट दे विच असीं परसन जिहड़ा है वो एक वेइंग मशीन के उपर खड़ा है, ये वेइंग मशीन है, तो इनके उपर कोई परसन खड़ा होया जी, जो वेइंग मशीन उसका वेट दस रही है कि कितना है। देखो जी लिफ्ट रेस्ट ते है, ठीक है, v इज़ इक्वल टू 0 है, उसकी वेलोसिटी 0 है, और v इज़ इक्वल टू कॉन्सटेंट है। देखो वेलोसिटी 0 है या वेलोसिटी कॉन्सटेंट है, तो की होएगा कि बॉडी का वेट डाउनवर्ड एक्ट करेगा, जो इसका वेट है, वेट इज़ इक्वल टू mg असीं लिखते हुंदे आ, ठीक है। एवरी एक्शन हैज़ एन इक्वल एंड ऑपोजिट रिएक्शन, क्योंकि फोर्सिस पेयर दे विच चक्कर करती हैं, तो जो रीडिंग है वो रिएक्शन करके आनी है, ठीक है। जो उसकी रीडिंग है दैट इज़ ड्यू टू रिएक्शन, क्योंकि जिन्ना फोर्स ये उस मशीन ते लगा रही है उन्ना ही फोर्स मशीन ते लगा रही है या अर्थ ते लगा रही है, उन्ना ही फोर्स अर्थ लगा रही है इसके उपर, ठीक है, जो लिफ्ट की सरफेस के उपर खड़ा होया है परसन। तो रिएक्शन जो है वो रीडिंग एक्चुअली, तो रीडिंग इत्थे किस दे इक्वल होएगी, तो रीडिंग इज़ इक्वल टू वेट होएगी जी mg। लिफ्ट भावें रेस्ट ते है या यूनीफॉर्म मोशन दे विच है। हुण असीं गल करनी है एक्सलरेशन दी। देखो की होएगा, असीं रिएक्शन ही एक्चुअली नोट करना है। तो लिफ्ट इज़ मूविंग अपवर्ड्स। तो सैकेंड केस दे विच असीं अज्यूम कर रहे हैं कि लिफ्ट मूव कर रही है अपवर्ड्स विद एक्सलरेशन ए। देखो समझने की कोशिश करो, वही असी बस वाला केस अज्यूम करते हैं कि जो ये परसन लिफ्ट दे विच खड़ा होया जी किसी वेइंग मशीन के उपर, तो इहदा वेट जो mg है वो तो नीचे वाल एक्ट करेगा ही करेगा। जो ये लिफ्ट अपवर्ड जा रही है जी विद एक्सलरेशन ए, तो इनके उपर इस ए एक्सलरेशन करके ओपोजिट डायरैक्शन दे विच डाउनवर्ड फोर्स लगेगा, मास इंटू एक्सलरेशन। इस परसन का जो मास m है, ठीक है, तो इनके उपर एक्सट्रा फोर्स लगेगा ड्यू टू फ्रेम, कि एक फ्रेम ऑफ रेफरेंस दे विच है जो कि एक्सलरेटेड है, जिसनों असीं सूडो फोर्स इत्थे नाम दे रहे हैं, ठीक है। तो ma एक्ट कर रहा है, तो हुण इन्हां दोनों करके एक रिएक्शन होएगा, ठीक है जी, दैट इज़ अपवर्ड। तो इस केस दे विच r किस दे इक्वल होएगा, इन दिस केस r इज़ इक्वल टू mg प्लस ma। तो r किस दे इक्वल हो जाएगा जी m इंटू जी प्लस ए। तो इसका मतलब है कि मशीन जिहड़ी है वो रीडिंग ज़्यादा देगी जो बॉडी उपर वाल नूं एक्सलरेट होएगी, तो असीं कह सकते हैं कि उसका वेट इनक्रीजड अपीयर होएगा, ठीक है। वैसे भी वेट कॉन्सटेंट नहीं रहिंदा, मास कॉन्सटेंट रहिंदा। m इज़ मास, mg इज़ वेट। वेट किसी भी सिचुएशन दे विच हुंदा है कि वो चेंज करता रहिंदा है कि बॉडी किस तरह की सिचुएशन दे विच है। नंबर 3, लिफ्ट इज़ मूविंग डाउनवर्ड विद एक्सलरेशन ए। डाउनवर्ड जा रही है जी हुण लिफ्ट, ठीक है। हुण उहदे उपर वेट करके फोर्स लगेगा जी नीचे वाल। जो एक्सलरेशन डाउनवर्ड है तो जो फोर्स है m मास के उपर वो उपर वाल लगेगा। हुण देखो एक फोर्स नीचे वाल लग रहा है, एक उपर वाल लग रहा है, तो बॉडी जे तो उपरला फोर्स ग्रेटर हो जाएगा तो बॉडी उपर नूं चली जाएगी, बट इन्नी एक्सलरेशन नाल लिफ्ट मूव नहीं करवाई जाती। लिफ्ट बहुत घट एक्सलरेशन नाल मूव करवाई जाती है इस सिचुएशन नूं अवॉइड करने लई, ठीक है।
तो नैचुरली है कि एम जी ग्रेटर होएगा एम ए तो, एम जी काफ़ी ग्रेटर होएगा एम ए तो फिर जो रिएक्शन है जिन्ना नीचे वाल नैट फोर्स लग रहा है एम जी माइनस एम ए, उनके करके सानू रिएक्शन मिलेगा जी ऊपर वाल आर। ठीक है, तो इन दिस सिचुएशन की होएगा तो असीं कह सकते हैं कि आर प्लस एम ए इज इक्वल टू एम जी, और वी कैन राइट आर इज इक्वल टू एम जी माइनस एम ए। आर इज इक्वल टू एम इंटू जी माइनस ए। ठीक है, तो इस केस दे विच जो अपरेंट वेट है, इफेक्टिव वेट है, दैट विल डिक्रीज। इन दिस केस उपरले केस दे विच इफेक्टिव वेट की होएगा, इंक्रीज होएगा। फोर्थ केस जी बहुत इंटरस्टिंग केस है कि इफ लिफ्ट फॉल्स फ्रीली, कि जिस स्ट्रिंग दे नाल लिफ्ट बन्नी हुई है, क्योंकि लिफ्ट हमेशा देखो स्ट्रिंग्स नाल चलदी है। ठीक है, तो स्ट्रिंग दे नाल बन्नी हुंदी है जी लिफ्ट, जिहड़ी उहनूं रस्सियां जिहड़ियां उहनूं उपर वाल खिचदियां। जे मान लो रस्सी ब्रेक कर जे, इफ लिफ्ट फॉल्स फ्रीली, जे लिफ्ट फ्रीली फॉल कर जाएगी तो जो फ्री फॉल करते हैं तो जो एक्सलरेशन है ये वाला ये जी दे इक्वल हो जाएगा एक्सलरेशन ड्यू टू ग्रैविटी दे। तो जो एम जी नीचे वाल फोर्स लग रहा है तो ऊपर वाल फोर्स लग रहा है, दोनों एक दूजे को कैंसल कर देंगे। ठीक है, तो आर किस दे इक्वल हो जाएगा एम जी माइनस एम ए, मतलब ए की जगह तो की आ जाएगा, इस इक्वेशन तो पुट करिए असी तो ये हो जाएगा जी एम जी। तो इसका मतलब है वेइंग मशीन के उपर जो रीडिंग आएगी दैट इज़ 0, कि वेइंग मशीन कोई वेट रिकॉर्ड नहीं करेगी। ये बहुत इंपॉर्टेंट केस है जी। ठीक है, हुण चलो जो सपोज करो कि असी लिफ्ट नूं मूव करवाइए, कि स्ट्रिंग ब्रेक नहीं किया बट असी उन्होंने मूव करवा रहे हैं विद एक्सलरेशन ग्रेटर दैन जी, कि जी तो भी साडा एक्सलरेशन वध गया। तो इस केस दे विच की होएगा कि साडा एम ए की वैल्यू जिहड़ी है एम जी तो भी वध जाएगी। ठीक है, तो बॉडी जिहड़ी जाके फिर छतरन लग जाएगी लिफ्ट भी। तो वैसे भी तुसी वेट दे विच आपदी चेंज नूं फील किया होएगा जो लिफ्ट मूव करती है, लिफ्ट स्टार्ट होंदी है या लिफ्ट रुकती है, तो खास करके तुसी इसनूं फील किया होएगा जो चंडोल हुंदा जी एक। ठीक है, जिहड़ा इस तरह घुमदा है, तुसी देखिया होएगा कि उहदे विच इस तरह दियां बॉक्सिस होंदे जिहदे विच बंदा बैठ जांदा, जिसनूं असीं टोकरियां कह दिंदे आ जिहदियां। तो जदों परसन उपर वल जा रहा हुंदा है एक पासिਓਂ, जदों ये घुमदा है रोटेट करदा है, ਜਦੋਂ ਇਹ ਘੁੰਮਦਾ ਹੈ ਤਾਂ ਜਦੋਂ ਉੱਪਰ ਵੱਲ ਅਸੀਂ ਜਾ ਰਹੇ ਹੁੰਦੇ ਆ ਤਾਂ ਉਦੋਂ ਸਾਨੂੰ ਲੱਗਦਾ ਜੀ ਨੀਚੋਂ ਕੋਈ ਫੋਰਸ ਲੱਗ ਰਿਹਾ ਜਿਹਦੇ ਨਾਲ weight ਜ਼ਿਆਦਾ, ਕਿਉਂਕਿ ਉੱਥੇ ਸਾਡੇ ਕੋਲ ਵੇਇੰਗ ਮਸ਼ੀਨ ਤਾਂ ਹੁੰਦੀ ਨਹੀਂ, ਸਿਰਫ ਅਸੀਂ ਫੀਲ ਹੀ ਕਰ ਸਕਦੇ ਹਾਂ। ਤੇ ਜਦੋਂ ਨੀਚੇ ਜੇ ਆਉਂਦਾ ਜੀ ਉਦੋਂ ਸਾਡਾ weight ਘਟ ਰਿਹਾ ਹੁੰਦਾ ਐਕਚੁਅਲੀ, ਜੋ ਸਾਨੂੰ ਅਪੀਅਰ ਹੁੰਦਾ, ਜਿਹਦੇ ਨਾਲ ਸਾਨੂੰ ਬਹੁਤ ਲੋਕਾਂ ਨੂੰ ਘਬਰਾਹਟ ਹੁੰਦੀ ਹੈ ਨਾ, ਕਹਿੰਦੇ ਬਈ ਡਰ ਲੱਗ ਰਿਹਾ। ਤਾਂ ਉਹੀ ਇੱਕ ਸੈਂਸੇਸ਼ਨ ਹੈ ਜੋ ਤੁਹਾਡੇ ਵਿੱਚ ਤੁਹਾਨੂੰ ਅਪੀਅਰ ਹੋ ਰਿਹਾ ਕਿ weight ਇਨਕਰੀਜ਼ ਹੋ ਰਿਹਾ ਜਾਂ डिक्रीज़ हो रहा है। ठीक है जी, तो ये सिचुएशन है, ये बहुत ही ज़्यादा इंपॉर्टेंट टॉपिक है कि लिफ्ट दे विच जो कोई परसन है तो उसका जो वेट है, ठीक है, वो किस तरीके नाल होएगा। पहली गल तो जी वही दो फोर्सेस होणगे जी, एक्शन ते रिएक्शन। तो जो एक्शन है वो मशीन के उपर हो रहा है, तो जो रिएक्शन है उनके करके उसकी रीडिंग आ रही है। इस ते बेस्ड असीं एक न्यूमेरिकल भी करते हैं, समझने की कोशिश करिया जे। देखो जी, ये न्यूमेरिकल है कि मैन ऑफ मास 70 kg स्टैंड्स ऑन अ वेइंग स्केल, कि एक परसन वेइंग स्केल के उपर स्टैंड कर रहा है इन अ लिफ्ट विच इज़ मूविंग। तो डिफरेंट सिचुएशनस दित्तियां गई हैं, तो असीं इसनूं सॉल्व करना है, तो मशीन की जो रीडिंग है वो इन ईच केस असीं दसनी है। सब तो पहला जी पार्ट ए, तो कहता जी मशीन जो लिफ्ट है मूव कर रही है अपवर्ड विद यूनीफॉर्म स्पीड ऑफ 10 मीटर पर सेकेंड। तो यूनीफॉर्म स्पीड नाल मूव कर रही है, ठीक है, तो उनके उपर एक्सट्रा तो कोई फोर्स नहीं लगना। तो यूनीफॉर्म स्पीड वाला केस किया सी कि आर किस दे इक्वल होएगा एम जी दे। ठीक है, एम कितना गिवन है जी इत्थे 70 kg, तो जी की वैल्यू असीं 10 लै सकते हैं जी। ठीक है, तो ये हो जाएगा जी 700 न्यूटन या किलोग्राम मीटर पर सेकेंड स्क्वायर। ठीक है, 9.8 भी तुसीं वैल्यू लै सकते हो, मोस्टली न्यूमेरिकल्स लई इनकी वैल्यू 10 दे दी जाती है। तो सैकेंड केस सी, सैकेंड केस दे विच कह रहा है जी मूव कर रही है डाउनवर्ड विद यूनीफॉर्म एक्सलरेशन ऑफ 5 मीटर पर सेकेंड स्क्वायर, कि लिफ्ट नीचे वाल जा रही है तो उनकी रीडिंग की होंगी है आर इज इक्वल टू एम इंटू जी माइनस ए। ठीक है जी, इट इज़ 70 मल्टीप्लाइड बाय 10 माइनस 5, तो ये होगा जी 70 इंटू 5 350 न्यूटन। थर्ड केस दे विच वो कह रहा है कि मूव अपवर्ड्स विद यूनीफॉर्म एक्सलरेशन, तो अप इन जाएगा तो इनक्रीज हो जाएगी ना, तो आर इज इक्वल टू एम इंटू जी प्लस ए, तो ये हो जाएगा जी 70 10 प्लस 5 15,
तो ये हो जाएगी जी 1050 न्यूटन। ठीक है। तो डी केस जो है वो कह रहा है कि वट वुड बी द रीडिंग इफ द लिफ्ट मैकेनिज्म फेल्ड, कि लिफ्ट द मैकेनिज्म फेल हो जाए, इट फॉल्स डाउन फ्रीली। तो फ्री फॉल वाले केस ਦੇ ਵਿੱਚ ਕੀ ਹੁੰਦਾ ਹੈ ਕਿ R इज इक्वल टू M इंटू G माइनस G हो ਜਾਂਦਾ है। तो इसका आंसर कितना आ जाता है जी 0, जो उसका इफेक्टिव वेट है ਜਾਂ जो रीडिंग ऑफ वेइंग मशीन है, ठीक है, दैट इज़ 0। क्लीयर। तो यही असी पिछे टॉपिक किया जी। इस दे नाल रिलेटेड तुहानूं एक होर न्यूमेरिकल दिता गया है, उनकी मैं स्टेटमेंट लिख दिंदा, उन्होंने तुसीं अपने आप सॉल्व करने की कोशिश करिया जी। ठीक है। तो हुण एक क्वेश्चन है जी, ये तुहाडे लई है, कहंदा अ मंकी ऑफ मास 40 kg क्लाइम्स ऑन अ रोप। जिवें कि तुहानूं नाल डायग्राम इस तरह की हो सकती है कि ये रोप है, ठीक है, तो एक मंकी जो है वो इस दे उपर चढ़ रहा है, ठीक है, क्लाइम कर रहा है, विच कैन स्टैंड द मैक्सीमम टेंशन ऑफ 600 न्यूटन। तो उस दे विच जो टेंशन है रोप दे विच मैक्सीमम वो कितनी हो सकती है, दैट इज 600 न्यूटन। इन विच ऑफ द फॉलोइंग केसिस विल द रोप ब्रेक। तो अगे 4 केस दिते गए हैं, तो दस्या गया जी, पूछा गया किहड़े केस दे विच रोप ब्रेक करेगी। तो जो मंकी फस्ट केस दे विच कहंदा जी क्लाइम अप विद एक्सेलरेशन ऑफ 6 मीटर पर सेकंड स्क्वायर, फिर क्लाइम डाउन विद 4 मीटर पर सेकंड स्क्वायर, फिर कहंदा जी क्लाइम अप विद यूनीफॉर्म स्पीड ऑफ 5 मीटर पर सेकंड, तो चौथा केस है जी फॉल्स फ्रीली। उस तरीके नाल बिल्कुल एलीवेटर वाला केस ही है जी। ठीक है। मंकी का तुहानूं मास गिवन है, तो हुण फर्क की पिया, देखो पिछले केस दे विच लिफ्ट सी, तो लिफ्ट भी एक्चुअली स्ट्रिंग दे नाल बन्नी हुंदी है, तो लिफ्ट दे केस दे विच भी जो स्ट्रिंग सीगियां, तो स्ट्रिंग दे विच टेंशन सीगी। देखो जे असीं इस केस दे विच गल करिए तो इस स्ट्रिंग दे विच भी टेंशन सीगी, ठीक है, पर उत्थे असीं इसकी गल नहीं कीती, क्योंकि जे असीं इस टेंशन की गल करांगे तो विच लिफ्ट का वेट भी आएगा, क्योंकि जो रोप है वो लिफ्ट नूं भी कैरी कर रही है नाल। ठीक है। तो एक्चुअली तो वही है जी। देखो जे मंकी बिल्कुल इत्थे लटकिया होया जी, स्टेशनरी है, तो जिन्ना इसका वेट होएगा डाउनवर्ड उन्नी ही टेंशन होएगी। तो टेंशन इज इक्वल टू वेट, जिस तरह लिफ्ट वाले केस दे विच सी स्टेशनरी, रेस्ट वाले विच। तो जो मंकी क्लाइम अप करेगा तो रोप नूं नीचे वाल पुल करेगा ना, तो रोप दे विच टेंशन इनक्रीज होएगी। तो उवें जिवें लिफ्ट उपर वाल जांदी सी आर इनक्रीज हुंदा सी, तो इत्थे आर की जगह ते की लिखना जी तुसीं, टेंशन। ठीक है। तो आर की जगह ते साडे कोल टी आ जाएगी, मतलब इफेक्टिव वेट की जगह ते साडे कोल आंसर की आएगा जी, टी आ जाएगा। फॉर्मूले सारे वही, जो उपर वाल जाएगा तो टेंशन इनक्रीज होएगी, डाउनवर्ड जाएगा टेंशन डिक्रीज होएगी। ठीक है। बाकी तुसीं अपने आप समझ सकते हो जी। तो मैनू तुसीं दस्सिया जी कमेंट बॉक्स दे विच कि किस केस दे विच ए बी सी और डी दे विच जिहड़ी रोप है वो ब्रेक होएगी। ठीक है। तो आई होप कि तुहानूं जो टॉपिक है वो समझ लग गया होएगा। सो ऑल द बेस्ट, हैव अ नाइस डे।